ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਅੱਜ ਸਵੇਰ ਤੋਂ ਹੀ ਪੰਜਾਬ ਦੀ ਸਿਆਸਤ ਪੱਕੀ ਹੋਈ ਹੈ। ਕਾਰਨ ਹੈ ਇਸ ਦੇ ਪਿੱਛੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਬਹਾਦਰ ਦਾ ਅਸਤੀਫਾ। ਬੀਤੀ ਰਾਤ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਸ ਤੋਂ ਬਾਅਦ ਧੜਾ ਧੜ ਅਸਤੀਫੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਦਬਾਅ ਬਣ ਗਿਆ। ਤਾਂ ਹੁਣ ਜੋ ਵੱਡੀ ਖਬਰ ਆ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਫ਼ ਤੌਰ ਤੇ ਅਤੇ ਸਿੱਧਾ ਵੀਸੀ ਦੇ ਨਾਲ ਹੀ ਗੱਲਬਾਤ ਕੀਤੀ ਗਈ ਹੈ। ਡਾਕਟਰ ਰਾਜ ਬਹਾਦਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਤੇ ਮੁਆਫੀ ਵੀ ਮੰਗੀ ਗਈ ਹੈ। ਕੱਲ ਜੋ ਪੂਰਾ ਘਟਨਾਕ੍ਰਮ ਵਾਪਰਿਆ ਜਦੋਂ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ ਵੀਸੀ ਨੂੰ ਗੱਦੇ ਦੇ ਉੱਤੇ ਪਾਇਆ ਗਿਆ, ਬੈੱਡ ਦੇ ਉੱਤੇ ਪਾਇਆ ਗਿਆ ਤੇ ਉਸ ਤੋਂ ਬਾਅਦ ਵੀਸੀ ਦਾ ਅਸਤੀਫਾ ਹੁੰਦਾ ਤੇ ਫਿਰ ਸਿਆਸਤ ਪੱਖਦੀ ਹੈ। ਵਿਰੋਧੀਆਂ ਦੇ ਵੱਲੋਂ ਨਿਸ਼ਾਨ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾਂਦੇ ਨੇ। ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਆਏ ਨੇ। ਹਾਲਾਂਕਿ ਕੱਲ ਤੱਕ ਨਹੀਂ ਲੱਗ ਰਿਹਾ ਸੀ ਕਿ ਇਹ ਵਿਵਾਦ ਇੰਨਾ ਭਖੂਗਾ, ਪਰ ਜਿਵੇਂ ਜਿਵੇਂ ਅਸਤੀਫੇ ਆਉਂਦੇ ਗਏ ਨੇ ਉਵੇਂ ਉਵੇਂ ਵਿਵਾਦ ਭਖਦਾ ਗਿਆ। ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰੇ ਦੇ ਵਿੱਚ ਖੜਾ ਕੀਤਾ ਗਿਆ ਤਾਂ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਹਮਣੇ ਆਉਣਾ ਪਿਆ। ਤਾਂ ਹੁਣ ਇਹ ਚਰਚਾ ਹੋ ਰਹੀ ਹੈ ਕਿ ਭਗਵੰਤ ਮਾਨ ਦੇ ਵੱਲੋਂ ਮੁਲਾਕਾਤ ਵੀ ਕੀਤੀ ਜਾਏਗੀ। ਵੀਸੀ ਡਾਕਟਰ ਰਾਜ ਬਹਾਦਰ ਦੇ ਨਾਲ ਮੁਲਾਕਾਤ ਸੋਮਵਾਰ ਸਵੇਰੇ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਸਕਦੀ ਤੇ ਹੁਣ ਤੱਕ ਦੀ ਜਿਹੜੀ ਅਪਡੇਟ ਆ ਰਹੀ ਹੈ ਉਸ ਦੇ ਅਨੁਸਾਰ ਮੁੱਖ ਮੰਤਰੀ ਨੇ ਮੁਆਫੀ ਮੰਗ ਲਈ ਹੈ। ਇਹ ਖੁਦ ਡਾਕਟਰ ਰਾਜ ਬਹਾਦਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਸੀਐਮ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਫੋਨ ਤੇ ਤੇ ਉਹਨਾਂ ਨੇ ਖੇਦ ਜਤਾਇਆ ਕਿ ਜੋ ਵੀ ਹੋਇਆ ਉਹ ਗਲਤ ਹੋਇਆ। ਇਸ ਤਰੀਕੇ ਦੇ ਨਾਲ ਗੱਲਬਾਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ ਨਹੀਂ ਕੀਤੀ ਜਾਣੀ ਚਾਹੀਦੀ ਸੀ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਰਾਜ ਬਹਾਦਰ ਤੋਂ ਮੁਆਫੀ ਮੰਗ ਰਹੇ ਨੇ। ਤਾਂ ਉਹਨਾਂ ਨੇ ਮੁਆਫੀ ਮੰਗੀ ਹੈ। ਇਸ ਤੋਂ ਬਾਅਦ ਕੀ ਅਸਤੀਫਾ ਜੋ ਦਿੱਤਾ ਗਿਆ ਡਾਕਟਰ ਰਾਜ ਬਹਾਦਰ ਦੇ ਵੱਲੋਂ ਉਸ ਨੂੰ ਵੀ ਨਾਮਨਜ਼ੂਰ ਕੀਤਾ ਜਾਂਦਾ ਹੈ, ਇਹ ਵੀ ਦੇਖਣਾ ਹੋਏਗਾ ਕਿ ਅਸਤੀਫਾ ਨਾਮਨਜ਼ੂਰ ਹੁੰਦਾ ਹੈ ਕਿ ਨਹੀਂ। ਤੇ ਉਸ ਤੋਂ ਬਾਅਦ ਸਿਰਫ ਵੀਸੀ ਦਾ ਹੀ ਅਸਤੀਫਾ ਨਹੀਂ, ਉਸ ਤੋਂ ਬਾਅਦ ਜਿੰਨੇ ਵੀ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ, ਹੋਰ ਪ੍ਰੋਫੈਸਰਾਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਕਿ ਉਹ ਵੀ ਆਪਣਾ ਅਸਤੀਫਾ ਵਾਪਸ ਲੈਂਦੇ ਨੇ ਜਾਂ ਫਿਰ ਉਹਨਾਂ ਦੇ ਅਸਤੀਫੇ ਨਾਮਨਜ਼ੂਰ ਹੁੰਦੇ ਨੇ, ਇਹ ਵੀ ਦੇਖਣਾ ਹੋਏਗਾ। ਕਿਉਂਕਿ ਨਾਲ ਦੀ ਨਾਲ ਇੱਕ ਹੋਰ ਵੱਡਾ ਸਵਾਲ ਹੈ ਕਿ ਇਸ ਨੇ ਪੂਰੇ ਪੰਜਾਬ ਦੇ ਸਿਹਤ ਸਟਰਕਚਰ ਨੂੰ, ਹੈਲਥ ਸਿਸਟਮ ਨੂੰ ਵੀ ਸਾਹਮਣੇ ਲਿਆਂਦਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਹੁੰਦਾ ਹੈ। ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਥੋਂ ਦੀਆਂ ਯੂਨੀਵਰਸਿਟੀਜ਼ ਨੇ, ਚਾਹੇ ਉਹ ਹੈਲਥ ਯੂਨੀਵਰਸਿਟੀਜ਼ ਨੇ ਜਾਂ ਫਿਰ ਦੂਸਰੀਆਂ ਯੂਨੀਵਰਸਿਟੀਜ਼ ਨੇ, ਉੱਥੇ ਜਿਹੜਾ ਪੂਰਾ ਪ੍ਰਸ਼ਾਸਨਿਕ ਢਾਂਚਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ। ਸਰਕਾਰਾਂ ਜਿਹੜੀਆਂ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸਿਆਸੀ ਧਿਰਾਂ ਦੇ ਵੱਲੋਂ, ਪਰ ਆਪਣੀ ਡਿਊਟੀ ਜਿਹੜੀ ਆ, ਆਪਣੀ ਜਵਾਬਦੇਹੀ ਜਿਹੜੀ ਆ ਉਹ ਤੈਅ ਨਹੀਂ ਕੀਤੀ ਜਾਂਦੀ। ਤਾਂ ਇਸੇ ਕਰਕੇ ਬੇਸ਼ੱਕ ਕੱਲ ਜੋ ਘਟਨਾਕ੍ਰਮ ਵਾਪਰਿਆ ਉਹ ਸਿਆਸੀ ਤੌਰ ਤੇ ਆਪਸ ਦੇ ਵਿੱਚ ਹੀ ਗੁੰਮ ਹੋ ਕੇ ਕਿਤੇ ਰਹਿ ਗਿਆ, ਪਰ ਇਸ ਨੇ ਸਿਹਤ ਪ੍ਰਬੰਧ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਪੰਜਾਬ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਸਿਹਤ ਪ੍ਰਬੰਧ ਜਿਹੜੇ ਨੇ ਉਹ ਪੂਰੇ ਨੀਚੇ ਸਤਰ ਦੇ ਉੱਤੇ ਪਹੁੰਚ ਚੁੱਕੇ ਨੇ। ਜਿਹੜੇ ਆਮ ਲੋਕ ਨੇ ਜਦੋਂ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਤਾਂ ਕਿਸ ਤਰੀਕੇ ਦਾ ਟ੍ਰੀਟਮੈਂਟ, ਕਿਸ ਤਰੀਕੇ ਦੀਆਂ ਵਿਵਸਥਾਵਾਂ ਆਮ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਮਿਲਦੀਆਂ ਨੇ। ਤਾਂ ਇਹ ਇੱਕ ਵੱਖਰਾ ਇਸ਼ੂ ਹੈ, ਇਸ ਦੇ ਬਾਰੇ ਗੱਲਬਾਤ ਕਰਾਂਗੇ, ਸੀਨੀਅਰ ਪੱਤਰਕਾਰਾਂ ਨਾਲ ਵੀ ਗੱਲਬਾਤ ਕਰਾਂਗੇ, ਮਾਹਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਪੂਰਾ ਹੈਲਥ ਸਿਸਟਮ ਹੈ ਜਿਹੜਾ ਜੇਕਰ ਉਹ ਖਰਾਬ ਹੈ ਤਾਂ ਫਿਰ ਜਵਾਬਦੇਹੀ ਕਿਸ ਦੀ ਬਣਦੀ ਹੈ, ਕੌਣ ਇਸ ਪੂਰੇ ਮਸਲੇ ਦੇ ਉੱਤੇ ਆਪਣੀ ਜਵਾਬਦੇਹੀ ਨੂੰ ਤੈਅ ਕਰਦਾ ਹੈ। ਜੇਕਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਉੱਥੋਂ ਦੇ ਹੈਲਥ ਸਿਸਟਮ ਨੂੰ ਸੁਧਾਰਨ ਲਈ, ਤੇ ਕੱਲ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ ਜੋ ਉੱਥੇ ਦੌਰਾ ਕੀਤਾ ਗਿਆ ਉਹ ਸਿਸਟਮ ਨੂੰ ਸੁਧਾਰਨ ਦੇ ਲਈ ਸੀ, ਤਾਂ ਫਿਰ ਰਵੱਈਆ ਕਿਸ ਤਰੀਕੇ ਦਾ ਹੋਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਸੀਨੀਅਰ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ, ਇਹ ਵੀ ਇੱਕ ਵੱਡਾ ਸਵਾਲ ਹੈ। ਤਾਂ ਇਹਨਾਂ ਤਮਾਮ ਗੱਲਾਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ, ਪਰ ਤੁਹਾਨੂੰ ਪਹਿਲਾਂ ਅਪਡੇਟ ਦੇ ਦਿੰਦੇ ਹਾਂ ਕਿ ਅਪਡੇਟ ਕੀ ਹੈ। ਅਪਡੇਟ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਨਿਸ਼ਾਨਾ ਜਿਹੜਾ ਉਹ ਸਾਧਿਆ ਗਿਆ ਤੇ ਇਸੇ ਦੇ ਵਿਚਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ। ਤਾਂ ਇਸ ਸਮੇਂ ਮੇਰੇ ਨਾਲ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਕਾਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਨ ਦੀ ਅਤੇ ਸਮਝਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਇਸ ਪੂਰੇ ਮਸਲੇ ਨੂੰ। ਤਾਂ ਹਰਪ੍ਰੀਤ, ਅੱਜ ਜਿਵੇਂ ਹੀ ਇਹ ਗੱਲ ਬਾਹਰ ਆਈ ਹੈ ਕਿ ਅਸਤੀਫੇ ਲੱਗ ਗਏ ਨੇ, ਉਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨਿਸ਼ਾਨੇ ਲਗਾ ਰਿਹਾ, ਤਾਂ ਭਗਵੰਤ ਮਾਨ ਨੂੰ ਖੁਦ ਸਾਹਮਣੇ ਆਉਣਾ ਪਿਆ। ਭਗਵੰਤ ਮਾਨ ਨੇ ਖੇਦ ਜਤਾਇਆ, ਇਸ ਤੋਂ ਇਲਾਵਾ ਰਾਜ ਬਹਾਦਰ ਕਹਿ ਰਹੇ ਨੇ ਕਿ ਮੁਆਫੀ ਵੀ ਮੰਗੀ ਹੈ। ਕੀ ਇੰਨਾ ਕਾਫੀ ਹੋਏਗਾ? ਅਸਲ ਵਿੱਚ ਇਹ ਤਸਵੀਰ ਦਾ ਦੂਸਰਾ ਪਾਸਾ ਹੈ ਜਿਹੜਾ ਇਸ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਇਸ ਦੇ ਵਿੱਚ ਸਿਹਤ ਮੰਤਰੀ ਬਨਾਮ ਡਾਕਟਰ ਰਾਜ ਬਹਾਦਰ ਨੂੰ ਇੱਕ ਪਾਸੇ ਕਰਕੇ ਪੂਰੇ ਦੇ ਪੂਰੇ ਸਿਸਟਮ ਨੂੰ ਸਮਝਣ ਦੀ ਲੋੜ ਹੈ, ਜਿਹੜਾ ਕਿ ਕੋਈ ਸਮਝਣਾ ਨਹੀਂ ਚਾਹੁੰਦਾ। ਹੋ ਕੀ ਰਿਹਾ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਡਾਕਟਰ ਰਾਜ ਬਹਾਦਰ ਨੂੰ ਘੜੀਸ ਰਹੇ ਨੇ ਅਤੇ ਡਾਕਟਰ ਰਾਜ ਬਹਾਦਰ ਦੇ ਸਮਰਥਕ ਆਮ ਆਦਮੀ ਪਾਰਟੀ ਦੇ ਖਿਲਾਫ ਨਿੱਤਰ ਰਹੇ ਨੇ।
ਇਹਨਾਂ ਦੋਵਾਂ ਪੋਜੀਸ਼ਨਾਂ ਦੇ ਅੰਦਰ ਇੱਕ ਪੋਜੀਸ਼ਨ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਰਹਿ ਕਿੱਥੇ ਰਹੇ ਆ। ਅਸੀਂ ਭਾਰਤ ਦੇਸ਼ ਦੇ ਵਿੱਚ ਰਹਿ ਰਹੇ ਆ ਜਿਹਦੀ ਇੱਕ ਕਨਸਟੀਟਿਊਸ਼ਨਲ ਪੈਟਰਨ ਹੈ। ਕਨਸਟੀਟਿਊਸ਼ਨ ਪੈਟਰਨ ਦੇ ਅੰਦਰ ਸਾਡੇ ਕੋਲ 4 ਇਕਾਈਆਂ ਹੁੰਦੀਆਂ ਨੇ। ਇੱਕ ਇਕਾਈ ਕੰਮ ਕਰਦੀ ਹੈ, ਇੱਕ ਇਕਾਈ ਕਾਨੂੰਨ ਬਣਾਉਂਦੀ ਹੈ, ਇੱਕ ਇਕਾਈ ਕਾਨੂੰਨਾਂ ਦੇ ਨਾ ਠੀਕ ਹੋਣ ਦੇ ਪ੍ਰਬੰਧ ਦੇ ਵਿੱਚ ਇਨਸਾਫ ਕਰਦੀ ਹੈ, ਅਤੇ ਚੌਥਾ ਹੁੰਦਾ ਮੀਡੀਆ। ਪਰ ਹੋ ਕੀ ਰਿਹਾ ਕਿ ਇੱਕ ਚੱਲ ਰਿਹਾ ਮੀਡੀਆ ਟ੍ਰਾਇਲ ਚੱਲ ਰਿਹਾ, ਮੌਕੇ ਤੇ ਹੀ ਸਾਰਾ ਕੁਝ ਹੋ ਰਿਹਾ। ਜਿਵੇਂ ਕਿ ਇੱਕ ਬਹੁਤ ਪੁਰਾਣੀ ਸਨੀ ਦਿਓਲ ਦੀ ਫਿਲਮ ਸੀ ਜਿੱਦੀ, ਜਿਹਦੇ ਵਿੱਚ ਇੱਕ ਦੇਵਾ ਦੀ ਅਦਾਲਤ ਹੁੰਦੀ ਸੀ, ਅਤੇ ਉਹ ਦੇਵਾ ਦੀ ਅਦਾਲਤ ਦੇ ਵਿੱਚ ਉਹ ਸਾਰਾ ਕੁਝ ਇਸੇ ਤਰ੍ਹਾਂ ਚੱਲਦਾ ਰਹਿੰਦਾ ਆ। ਇਹ ਸਾਰੀ ਪੋਜੀਸ਼ਨ ਦੇ ਅੰਦਰ ਸਮਝਣ ਦੀ ਇਹ ਲੋੜ ਹੈ ਕਿ ਜਿਹੜੀ ਕਿ ਲਗਾਤਾਰ ਹੋ ਰਹੀ ਹੈ, ਉਹ ਇਹ ਰਹੀ ਹੈ ਕਿ ਡਾਕਟਰ ਰਾਜ ਬਹਾਦਰ ਦੇ ਬਤੌਰ VC ਜਿੰਨੀ ਵੀ ਕਾਰਗੁਜ਼ਾਰੀ ਹੋਈ ਹੈ ਉਹ ਕਾਰਗੁਜ਼ਾਰੀ ਬਹੁਤ ਜ਼ਿਆਦਾ ਆਬਜੈਕਸ਼ਨੇਬਲ ਹੈਗੀ ਹੈ। ਇਸ ਤੋਂ ਕੋਈ ਕਿੰਤੂ ਪਰੰਤੂ ਨਹੀਂ ਹੈ। ਲਗਾਤਾਰ ਉਹਨਾਂ ਦੇ ਕਾਰਗੁਜ਼ਾਰੀ ਦੇ ਖਿਲਾਫ, ਸਿਹਤ ਦੇ ਪੂਰੀ ਲੱਚਰ ਪ੍ਰਬੰਧ ਦੇ ਖਿਲਾਫ ਸ਼ਿਕਾਇਤਾਂ ਵੀ ਹੁੰਦੀਆਂ ਰਹੀਆਂ ਨੇ। ਉਹ ਸ਼ਿਕਾਇਤਾਂ ਕਈ ਤਰ੍ਹਾਂ ਦੀਆਂ ਨੇ। ਐਡਮਿਸ਼ਨ ਦੇ ਲੈਵਲ ਤੇ ਵੀ ਸ਼ਿਕਾਇਤਾਂ ਨੇ। ਉਹ ਸ਼ਿਕਾਇਤਾਂ ਉੱਥੇ ਕੰਮ ਕਰ ਰਹੀਆਂ ਬੀਬੀਆਂ ਨੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ, ਜਿਨ੍ਹਾਂ ਦਾ ਕੋਈ ਹੱਲ ਨਿਪਟਾਰਾ ਨਹੀਂ ਹੋਇਆ, ਧਰਨੇ ਲੱਗਦੇ ਰਹੇ। ਅਤੇ ਜੋ ਮਰੀਜ਼ਾਂ ਦੇ ਉੱਥੇ ਸਵਾਲ ਇਹ ਕਿ ਇਕੱਲਾ ਡਾਕਟਰ ਰਾਜ ਬਹਾਦਰ ਤੇ ਸੁੱਟ ਦੇਵਾਂਗੇ, ਜਾਂ ਇਸ ਤਰ੍ਹਾਂ ਦੇ ਪ੍ਰਬੰਧ ਦੇ ਲਈ ਅਸੀਂ ਡਾਕਟਰ ਰਾਜ ਬਹਾਦਰ ਨੂੰ ਇਸੇ ਤਰ੍ਹਾਂ ਬੈੱਡ ਤੇ ਲੰਮੇ ਪਾ ਦੇਵਾਂਗੇ। ਡਾਕਟਰ ਰਾਜ ਬਹਾਦਰ ਇੱਕ ਸਨਮਾਨਿਤ ਸ਼ਖਸੀਅਤ ਨੇ। ਉਹਨਾਂ ਦੇ ਫਿਰ 2 ਰੂਪ ਵੇਖਣ ਵਾਲੇ ਨੇ। ਜਦੋਂ ਅਸੀਂ ਸਪਾਈਨਲ ਸੈਂਟਰ ਚੰਡੀਗੜ੍ਹ ਦੇ ਵਿੱਚ ਦੇਖਦੇ ਹਾਂ, ਜਾਂ ਇਸ ਤੋਂ ਪਹਿਲਾਂ ਸੈਕਟਰ 32 ਚ ਦੇਖਦੇ ਹਾਂ, ਇੱਥੇ ਉਹਨਾਂ ਦੀ ਪੋਜੀਸ਼ਨ ਹੋਰ ਤਰ੍ਹਾਂ ਦੀ ਸੀ। ਲੋਕਾਂ ਤੋਂ ਇਹ ਸੁਣੀਦਾ ਹੁੰਦਾ ਸੀ ਕਿ ਉਹਨਾਂ ਨੇ ਪ੍ਰਬੰਧ ਬਹੁਤ ਵਧੀਆ ਬਣਾਇਆ। ਦੂਸਰੇ ਪਾਸੇ ਜਦੋਂ ਬਤੌਰ VC ਬਾਬਾ ਫਰੀਦ ਯੂਨੀਵਰਸਿਟੀ ਚ ਜਾਂਦੇ ਨੇ, ਉੱਥੇ ਉਹਨਾਂ ਬਾਰੇ ਗੱਲਾਂ ਹੋਰ ਤਰ੍ਹਾਂ ਦੀਆਂ ਹੋਣ ਗਈਆਂ। ਯਾਨੀ ਕਿ ਇੱਕ ਹੀ ਬੰਦੇ ਦੇ 2 ਰੂਪ ਕਿਵੇਂ ਹੋ ਸਕਦੇ ਨੇ। ਸਮਝਣ ਦੀ ਇਹ ਲੋੜ ਹੈ ਕਿ ਇੱਕ ਪੂਰਾ ਸਿਸਟਮ ਹੈ। ਸਿਸਟਮ ਦੇ ਅੰਦਰ VC ਵੀ ਹੈ, ਸਿਸਟਮ ਦੇ ਅੰਦਰ ਸਿਹਤ ਅਧਿਕਾਰੀ ਨੇ, ਸਿਸਟਮ ਦੇ ਅੰਦਰ ਸਿਹਤ ਮਹਿਕਮਾ ਆ, ਸਿਹਤ ਮੰਤਰਾਲਾ ਆ, ਅਤੇ ਇਹ ਸਾਰੇ ਹੀ ਬਣ ਕੇ ਇੱਕ ਪੂਰੀ ਪੋਜੀਸ਼ਨ ਬਣਾ ਰਹੇ ਨੇ। ਹੁਣ ਪੋਜੀਸ਼ਨ ਕੀ ਹੈ? ਪੋਜੀਸ਼ਨ ਨੂੰ ਸਮਝਣ ਦੇ ਲਈ ਆਪਾਂ ਥੋੜਾ ਜਿਹਾ ਇਹਨੂੰ ਬਹੁਤ ਸਮਝਦਾਰੀ ਦੇ ਨਾਲ ਸਮਝਣ ਦੀ ਲੋੜ ਹੈ। ਕਿ ਜਿਵੇਂ ਉਦਾਹਰਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਮੈਂ ਟਵਿੱਟਰ ਪੇਜ ਤੇ ਦੇਖ ਰਿਹਾ ਸੀ ਕਿ ਉਹਨਾਂ ਨੇ ਸਰਦਾਰ ਚੇਤਨ ਸਿੰਘ ਜੋੜ ਮਾਜਰੇ ਹੁਣਾਂ ਦਾ ਉਹ ਪੂਰੀ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਬੈੱਡ ਨੂੰ ਵੇਖ ਰਹੇ ਨੇ। ਹੁਣ ਉਹਨਾਂ ਗੱਦਿਆਂ ਨੂੰ ਵੇਖਣਾ, ਜਾਂ ਗੱਦਿਆਂ ਦੇ ਪ੍ਰਬੰਧ ਨੂੰ ਵੇਖਣਾ, ਜਾਂ ਇਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਇੱਕ ਪੈਟਰਨ ਚੱਲ ਰਿਹਾ ਹੈ ਕਿ ਜਦੋਂ ਵੀ ਕੋਈ ਲੱਚਰ ਵਿਵਸਥਾ ਦੀ ਗੱਲ ਹੋਵੇ, ਲੱਚਰ ਪ੍ਰਬੰਧ ਦੀ ਗੱਲ ਹੋਵੇ, ਉਹ ਹਰ ਵਾਰ ਪੁਰਾਣੀਆਂ ਸਰਕਾਰਾਂ ਤੇ ਸੁੱਟ ਦਿੰਦੇ ਆ। ਪਰ ਮੈਨੂੰ ਇੰਝ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹਨਾਂ ਦੀ ਸਰਕਾਰ ਹੈ, ਪੁਰਾਣੀਆਂ ਸਰਕਾਰਾਂ ਨਹੀਂ। ਪੁਰਾਣੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੀਤੀ, ਉਸ ਦਾ ਨਤੀਜਾ ਉਹਨਾਂ ਦੇ ਸਾਹਮਣੇ ਹੈ। ਲੋਕਾਂ ਨੇ ਉਹਨਾਂ ਨੂੰ ਰਿਜੈਕਟ ਮਾਰਿਆ, ਲੋਕਾਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ ਹੈ। ਆਪਣਾ ਉਹਨਾਂ ਨੇ ਮੈਂਡੇਟ ਦਿੱਤਾ ਹੈ, ਪੂਰਾ ਡੈਮੋਕ੍ਰੈਟਿਕ ਵੇ ਦੇ ਅੰਦਰ ਬਹੁਤ ਕਲੀਅਰ ਮੈਜੋਰਟੀ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਸਰਕਾਰ ਦੇ ਰੂਪ ਵਿੱਚ ਸਾਡੇ ਕੋਲ ਬਿਠਾਇਆ। ਹੁਣ ਪੰਜਾਬ ਸਰਕਾਰ ਹਰ ਤਸਵੀਰ, ਚਾਹੇ ਉਹ ਸਿਹਤ ਵਾਲੀ ਹੋਵੇ, ਚਾਹੇ ਉਹ ਜ਼ਮੀਨਾਂ ਦਾ ਮਸਲਾ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਐਜੂਕੇਸ਼ਨ ਦਾ ਮਸਲਾ ਹੋਵੇ, ਜਾਂ ਕਿਸੇ ਤਰ੍ਹਾਂ ਦਾ ਬੱਸਾਂ ਦੇ ਪਰਮਿਟ ਦਾ ਮਸਲਾ ਹੋਵੇ, ਹਰ ਮਸਲੇ ਦੇ ਵਿੱਚ ਇੱਕ ਗੱਲ ਤਸਵੀਰ ਸਾਂਝੀ ਕਰਕੇ ਇਹ ਨਹੀਂ ਕਹਿ ਸਕਦੇ ਕਿ ਪੁਰਾਣੀਆਂ ਸਰਕਾਰਾਂ ਦਾ ਸੀ। 5 ਮਹੀਨੇ ਹੋ ਗਏ ਨੇ, ਆਉਣ ਵਾਲੇ 5 ਸਾਲ ਮੇਰੀ ਪੂਰੀ ਉਮੀਦ ਹੈ ਕਿ ਸਰਕਾਰ ਆਪਣਾ ਕੰਮ ਕਰੇਗੀ। ਪਰ ਇਹਨਾਂ 5 ਮਹੀਨਿਆਂ ਦੇ ਅੰਦਰ ਸਰਕਾਰ ਹਰ ਵਾਰ ਇਹ ਤਸਵੀਰ ਦਿਖਾ ਕੇ ਪੱਲਾ ਨਹੀਂ ਝਾੜ ਸਕਦੀ ਕਿ ਪੁਰਾਣੀਆਂ ਸਰਕਾਰਾਂ ਦਾ ਸੀ। ਮਸਲਾ ਇਹ ਬਣਦਾ ਹੈ, ਸਵਾਲ ਇਹ ਬਣਦਾ ਕਿ ਉਹ ਕੀ ਕਰ ਰਹੇ ਨੇ। ਜਦੋਂ ਅਸੀਂ ਲੇਟੈਸਟ ਮਾਨਕ ਗੋਇਲ ਨੇ RTI ਪਾਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 18-20 ਲੱਖ ਰੁਪਏ ਦੇ ਖਰਚੇ ਨਾਲ ਇੱਕ ਪੂਰੇ ਦਾ ਪੂਰਾ ਮੁਹੱਲਾ ਕਲੀਨਿਕ ਦਾ ਪ੍ਰਬੰਧ ਬਣਾਇਆ ਗਿਆ, ਜਿਸ ਦੇ ਵਿੱਚ ਕਲੀ ਕੀਤੀ ਗਈ, ਹੋਰ ਇਨਫਰਾਸਟ੍ਰਕਚਰ ਖੜਾ ਕੀਤਾ ਗਿਆ। ਹਾਲਾਂਕਿ ਉਹ ਬਿਲਡਿੰਗਾਂ ਪਹਿਲਾਂ ਅਕਾਲੀ ਗਵਰਨਮੈਂਟ ਨੇ ਬਣਾਈਆਂ ਸੀ, ਉਸ ਦੇ ਵਿੱਚ ਉਹਨਾਂ ਨੇ ਪ੍ਰਮੋਦ ਕੁਮਾਰ ਤੇ ਉਹਨਾਂ ਦੇ ਸਾਥੀਆਂ ਦੀ ਮਦਦ ਲਈ ਸੀ, ਜਿਸ ਦੇ ਅੰਦਰ ਪੂਰਾ ਇੱਕ ਪੈਨਲ ਬਣਿਆ ਸੀ ਕਿ ਗੁੱਡ ਗਵਰਨੈਂਸ ਕਿਵੇਂ ਲਿਆਂਦੀ ਜਾਵੇ, ਉਹਦੇ ਅੰਦਰ ਕਿਵੇਂ ਕਰਪਸ਼ਨ ਘਟੇ, ਉਹਦੇ ਅੰਦਰ ਕਿਵੇਂ ਲੋਕਾਂ ਦੇ ਨਾਲ ਜੋ ਧੱਕਾ ਹੁੰਦਾ ਹੈ, ਖੱਜਲ ਖੁਆਰੀ ਹੁੰਦੀ, ਉਸਨੂੰ ਕਿਵੇਂ ਘਟਾਇਆ ਜਾਵੇ, ਕਿਵੇਂ ਡਾਇਰੈਕਟ ਰਜਿਸਟਰੀਆਂ ਹੋਣ, ਕਿਵੇਂ ਆਨਲਾਈਨ ਰਜਿਸਟ੍ਰੇਸ਼ਨ ਹੋਵੇ, ਕਿਵੇਂ ਵਹੀਕਲ ਦੀ ਰਜਿਸਟ੍ਰੇਸ਼ਨ ਹੋਵੇ, ਉਹ ਸਾਰਾ ਕੁਝ ਸੀ। ਸੁਵਿਧਾ ਕੇਂਦਰਾਂ ਦਾ ਫੇਲ ਹੋਣਾ ਜਾਂ ਉਹ ਬਿਲਡਿੰਗ ਦਾ ਸਹੀ ਇਸਤੇਮਾਲ ਨਾ ਕਰਨਾ, ਉਹ ਪੁਰਾਣੀ ਸਰਕਾਰਾਂ ਦਾ ਫੇਲੀਅਰ ਸੀ। ਮੌਜੂਦਾ ਸਰਕਾਰ ਨੂੰ ਉਸ ਬਾਰੇ ਸੋਚਣਾ ਚਾਹੀਦਾ ਸੀ। ਪਰ ਜੇ 18-20 ਲੱਖ ਰੁਪਏ ਅਸੀਂ ਉਸ ਤੇ ਲਗਾ ਸਕਦੇ ਹਾਂ,
ਤੇ ਅਸੀਂ ਇੱਕ ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰਬੰਧ ਨੂੰ ਕਿਉਂ ਨਹੀਂ ਸੁਧਾਰ ਸਕਦੇ ਸੀ? ਇਹ ਉਸ ਲਿਹਾਜ਼ ਚ ਹੋਰ ਵੀ ਸਮਝਣ ਦੀ ਲੋੜ ਹੈ ਕਿ ਜਦੋਂ ਇਸ ਵਾਰ ਦੇ ਪਹਿਲੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਅਸੀਂ ਆਮ ਲੋਕਾਂ ਤੋਂ ਪੁੱਛ ਕੇ ਉਹ ਬਜਟ ਬਣਾਇਆ ਹੈ, ਜੇ ਉਸ ਬਜਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਸੀਂ ਪੰਜਾਬ 'ਚ 16 ਮੈਡੀਕਲ ਕਾਲਜ ਬਣਾਵਾਂਗੇ, 16 ਮੈਡੀਕਲ ਕਾਲਜ ਬਣਾਉਣ ਤੋਂ ਉਰਾਂ ਅਸੀਂ ਇਕੱਲਾ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਸੁਧਾਰ ਕਰ ਲਈਏ, ਉਹ ਵੀ ਤੇ ਮਾਇਨੇ ਰੱਖਦਾ ਆ। ਉੱਥੇ ਕਿਸ ਤਰ੍ਹਾਂ ਦੀ ਖੱਜਲ ਖੁਆਰੀ ਆ। ਇਸ ਤੋਂ ਇਲਾਵਾ ਦੂਸਰਾ ਪੁਆਇੰਟ ਹੋਰ ਸਮਝਣ ਵਾਲਾ ਆ, ਜਿਸ ਤਰ੍ਹਾਂ ਦੀ ਪੂਰੀ ਕਾਰਗੁਜ਼ਾਰੀ ਹੈ ਉਸਦੇ ਵਿੱਚ ਸਿਹਤ ਪ੍ਰਬੰਧ ਦਾ ਪੂਰਾ ਢਾਂਚਾ ਸਮਝਣ ਵਾਲਾ ਹੈ। ਸਿਹਤ ਪ੍ਰਬੰਧ ਦੇ ਢਾਂਚੇ ਦੇ ਵਿੱਚ ਜਿਹਨੂੰ ਮੈਂ ਵਿਸਤਾਰ ਦੇ ਵਿੱਚ ਗੱਲ ਕਰਾਂ ਨਵਜੋਤ, 13,500 ਤੋਂ ਉੱਪਰ ਨੈਸ਼ਨਲ ਹੈਲਥ ਕਾਮੇ ਨੇ ਜਿਨ੍ਹਾਂ ਦਾ ਇੱਕ ਸਮੇਂ ਮੈਜੋਰਟੀ ਫੰਡ ਸੈਂਟਰ ਗਵਰਨਮੈਂਟ ਦਿੰਦੀ ਸੀ ਤੇ ਥੋੜਾ ਜਿਹਾ ਫੰਡ ਸਟੇਟ ਗਵਰਨਮੈਂਟ ਆਪ ਪਾਉਂਦੀ ਸੀ। ਖਾਸ ਸਾਲਾਂ ਤੋਂ ਬਾਅਦ ਫਿਰ ਸੈਂਟਰ ਗਵਰਨਮੈਂਟ ਦਾ ਘਟ ਗਿਆ, ਸਟੇਟ ਗਵਰਨਮੈਂਟ ਦਾ ਵਾਧਾ ਗਿਆ। ਉਹ ਪਾਰਟਿਸਿਪੇਸ਼ਨ ਦੇ ਅੰਦਰ 13,500 ਕਾਮਿਆਂ ਦੇ ਉੱਤੇ ਬਹੁਤ ਵੱਡਾ ਦਾਰੋਮਦਾਰ ਹੈ, ਪਰ ਉਹ ਹਜੇ ਵੀ ਆਪਣੇ ਪੱਕੇ ਹੋਣ ਦੀ ਉਡੀਕ ਕਰ ਰਹੇ ਨੇ। ਲਗਭਗ ਉਹਨਾਂ ਨੇ 50 ਤੋਂ ਉੱਪਰ ਬੈਠਕਾਂ, 100 ਤੋਂ ਉੱਪਰ ਕਾਨਫਰੰਸਾਂ, ਕਈ ਤਰ੍ਹਾਂ ਦਾ ਕੁਛ ਉਹ ਕਰ ਚੁੱਕੇ ਨੇ, ਪਰ ਹਜੇ ਤੱਕ ਵੀ ਉਹਨਾਂ ਦੀ ਫਾਈਲ ਜਿਉਂਦੀ ਤਿਉਂ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਇੰਨੇ 36,000 ਕਾਮੇ ਰੈਗੂਲਰ ਹੋ ਰਹੇ ਨੇ, ਇਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ, ਜਦੋਂ ਮੈਂ ਹੈਲਥ ਡਿਪਾਰਟਮੈਂਟ ਦੇ ਕੱਲੇ ਕਾਮਿਆਂ ਨੂੰ ਜਾਂ ਕੱਲੇ ਡਿਪਾਰਟਮੈਂਟ ਨੂੰ ਪੁੱਛਦਾ ਹਾਂ ਕਿ ਜਦੋਂ ਮੈਂ ਕੱਲੇ ਨੂੰ ਪੁੱਛਦਾ ਹਾਂ ਕਿ ਤੁਸੀਂ ਪੱਕੇ ਹੋਏ, ਤੁਹਾਡੇ ਡਿਪਾਰਟਮੈਂਟ ਪਰ ਕਿਸੇ ਵੱਲੋਂ ਕੋਈ ਵੀ ਖਬਰ ਨਹੀਂ ਆ। 13,500 ਨੈਸ਼ਨਲ ਹੈਲਥ ਮਿਸ਼ਨ ਦੇ ਕਾਮੇ ਨੇ, 1186 ਰੂਰਲ ਫਾਰਮੇਸੀ ਅਫਸਰ ਨੇ, 28,000 ਆਸ਼ਾ ਵਰਕਰ ਨੇ ਜਿਹੜੇ ਕਿ ਪੱਕੇ ਨਹੀਂ ਹੈ ਪਰ ਉਹਨਾਂ ਨੂੰ ਥੋੜਾ ਜਿਹਾ ਇੱਕ ਸਨਮਾਨਜਨਕ ਅਹੁਦੇ ਤੇ ਜਾਂ ਉਸ ਮਿਆਰ ਤੇ ਬਹਾਲ ਕਰਨਾ ਜ਼ਰੂਰੀ ਹੈ। 18,000 ਆਸ਼ਾ ਫੈਸਿਲੀਟੇਟਰ ਨੇ, ਮਲਟੀਪਰਪਜ਼ ਹੈਲਥ ਵਰਕਰ ਨੇ, ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ 108 ਐਂਬੂਲੈਂਸ ਸੇਵਾ ਹੈ ਜਿਹਨੂੰ ਮੁੰਬਈ ਦੀ ਇੱਕ ਕੰਪਨੀ ਕਿੱਸਾ ਚਲਾਉਂਦੀ ਹੈ, ਠੇਕੇ ਤੇ ਐਂਬੂਲੈਂਸ ਸਰਵਿਸ ਹੈ। ਉਸ ਸਰਵਿਸ ਦੇ ਜਿਹੜੇ ਪ੍ਰਧਾਨ ਨੇ ਮਨਪ੍ਰੀਤ ਸਿੰਘ ਨਿੱਜਰ, ਉਹ ਦੱਸ ਚੁੱਕੇ ਨੇ ਕਿ ਪਰ ਐਂਬੂਲੈਂਸ ਸਾਨੂੰ ਮਹੀਨੇ ਦਾ 1.5 ਲੱਖ ਰੁਪਇਆ ਮਿਲਦਾ ਹੈ ਤੇ ਉਹ 1.5 ਲੱਖ ਦੇ ਵਿੱਚ ਐਂਬੂਲੈਂਸ ਕੰਡਮ ਵੀ ਹੋ ਗਈਆਂ ਨੇ, ਉਹਨਾਂ ਦੀ ਸੈਲਰੀ ਦੇ ਵਿੱਚ ਵਾਧਾ ਵੀ ਨਹੀਂ ਹੋ ਰਿਹਾ ਅਤੇ ਪੂਰੇ ਦਾ ਪੂਰਾ ਕਰਪਸ਼ਨ ਚੱਲ ਰਿਹਾ, ਉਹਨਾਂ ਦਾ ਦਾਅਵਾ ਆ। ਹੁਣ ਉਸ ਬਾਰੇ ਸਰਕਾਰ ਨੇ ਕੀ ਕੀਤਾ ਆ, ਉਸ ਬਾਰੇ ਕੋਈ ਖਬਰ ਨਹੀਂ ਹੈ। ਅਤੇ ਸਭ ਤੋਂ ਵੱਧ ਹੈਲਥ ਸਿਸਟਮ ਦੇ ਅੰਦਰ ਇੱਕ ਨਵੀਂ ਚੀਜ਼ ਆ ਰਹੀ ਹੈ, ਉਹਨੂੰ ਕਹਿੰਦੇ ਟ੍ਰਿਪਲ ਪੀ ਫਾਰਮੂਲਾ, ਪਬਲਿਕ ਪ੍ਰਾਈਵੇਟਾਈਜੇਸ਼ਨ ਪਾਰਟਿਸਿਪੇਸ਼ਨ। ਇਹਦੇ ਵਿੱਚ ਕੀ ਕੀਤਾ ਹੈ ਕਿ ਅਸੀਂ ਪ੍ਰਾਈਵੇਟ ਫਰਮਾਂ ਨੂੰ ਸਰਕਾਰੀ ਹਸਪਤਾਲ ਦੇ ਅੰਦਰ ਲੈਬੋਰਟਰੀਆਂ ਲਾਉਣ ਦੇ ਲਈ ਜਾਂ ਕੋਈ ਵੀ ਸੈਂਟਰ ਲਾਉਣ ਦੇ ਲਈ ਬੁਲਾ ਲੈਂਦੇ ਆ। ਸਾਰਾ ਖਰਚਾ ਇੱਕ ਪ੍ਰਾਈਵੇਟ ਫਰਮ ਕਰਦੀ ਆ। ਉਹਦੇ ਵਿੱਚ ਜਦੋਂ ਮਰੀਜ਼ ਕੁਝ ਟੈਸਟ ਕਰਾਉਣ ਜਾਂਦਾ, ਮੰਨ ਲਓ 500 ਰੁਪਏ ਦਾ ਟੈਸਟ ਹੈ ਤੇ ਉਹਦਾ 50 ਰੁਪਏ ਹੀ ਲੱਗਣਗੇ ਤੇ ਜਿਹੜੇ 450 ਰੁਪਏ ਉਹ ਸਰਕਾਰ ਪਾਏਗੀ। ਪਰ ਇਸ ਦੇ ਵਿੱਚ ਵੀ ਇੱਕ ਵੱਡੀ ਗੜਬੜ ਇਹ ਹੈ ਕਿ ਜਿਹੜਾ 450 ਸਰਕਾਰ ਪਾਏਗੀ ਤੇ ਜੇ ਉਹ ਉਸ ਤਰ੍ਹਾਂ ਦਾ ਕਰਕੇ ਉਹ ਆਪਣਾ ਹੀ ਇੱਕ ਵਨ ਟਾਈਮ ਇਨਵੈਸਟਮੈਂਟ ਕਿਉਂ ਨਹੀਂ ਕਰ ਲੈਂਦੇ? ਉਹਦੇ ਵਿੱਚ ਸਿਰਫ ਇਹੋ ਹੀ ਓਲਾ ਆ ਕਿਉਂਕਿ ਉਹਦੇ ਵਿੱਚ ਨਵੇਂ ਮੁਲਾਜ਼ਮ ਭਰਤੀ ਕਰਨੇ ਪੈਣਗੇ, ਉਹਨਾਂ ਮੁਲਾਜ਼ਮਾਂ ਨੂੰ ਲੰਮੇ ਸਿਰ ਝੱਲਣਾ ਪਊਗਾ ਲੰਮੇ ਸਾਲਾਂ ਤੱਕ। ਉਸ ਪੂਰੀ ਸਿਰਦਰਦੀ ਤੋਂ ਬਚਣ ਲਈ ਟ੍ਰਿਪਲ ਪੀ ਫਾਰਮੂਲਾ ਆ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਲੱਗਦਾ ਕਿ ਉਹਨਾਂ ਨੂੰ ਸਹੂਲਤ ਮਿਲ ਰਹੀ ਹੈ, ਪਰ ਕਿਤੇ ਨਾ ਕਿਤੇ ਇਨਡਾਇਰੈਕਟਲੀ ਉਹ ਵੀ ਲੋਕਾਂ ਤੇ ਬੋਝ ਹੈ। ਸੋ ਇਹ ਸਾਰੀਆਂ ਪੋਜੀਸ਼ਨਾਂ ਨੂੰ ਚੇਤਨ ਸਿੰਘ ਜੋੜ ਮਾਜਰਾ ਕਿਵੇਂ ਦੇਖਦੇ ਨੇ? ਅਤੇ ਸਭ ਤੋਂ ਇੰਪੋਰਟੈਂਟ ਗੱਲ ਹੋਰ ਹੈ, ਜਦੋਂ ਅਸੀਂ ਨਰਸਿੰਗ ਕਾਲਜ ਦਾ ਦੇਖਦੇ ਹਾਂ ਪੂਰਾ ਢਾਂਚਾ, ਤੇ ਉਸ ਦੇ ਵਿੱਚ ਕੀ ਹੋ ਰਿਹਾ ਕਿ ਵੱਧ ਤੋਂ ਵੱਧ ਨਾਨ ਅਟੈਂਡਿੰਗ ਸਟੂਡੈਂਟ ਭਰਤੀ ਹੋ ਰਹੇ ਨੇ। ਉਹ ਜਿਹੜੇ ਨਾਨ ਅਟੈਂਡਿੰਗ MSc BSc ਕਰ ਰਹੇ ਨੇ, ਜੇ ਉਹ ਪ੍ਰੈਕਟੀਕਲੀ ਕੁਝ ਕਰ ਹੀ ਨਹੀਂ ਰਹੇ, ਨਾਨ ਅਟੈਂਡਿੰਗ ਆਪਣੀਆਂ ਡਿਗਰੀਆਂ ਕਰ ਰਹੇ ਨੇ, ਕਾਲਜ ਉਹਨਾਂ ਨੂੰ ਕਰਵਾ ਰਹੇ ਨੇ, ਯੂਨੀਵਰਸਿਟੀਆਂ ਉਹਨਾਂ ਦੇ ਉੱਤੇ ਘੇਸਲ ਵੱਟ ਰਹੀ ਹੈ, ਸਾਰਾ ਕੁਝ ਅਸੀਂ ਦੇਖ ਕੇ ਵੀ ਅਣਡਿੱਠ ਕਰ ਰਹੇ ਹਾਂ। ਉਹ ਅੱਗੋਂ ਕਿਸ ਤਰ੍ਹਾਂ ਦਾ ਸਿਹਤ ਸੇਵਾਵਾਂ ਸਾਨੂੰ ਦੇਣਗੇ ਜਾਂ ਉਹਨਾਂ ਦੇ ਅੰਦਰ ਕਿੰਨੀ ਕੁ ਮਹਾਰਤ ਹੋਏਗੀ, ਇਹ ਰੱਬ ਰਾਖਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੇ ਪ੍ਰੋਫੈਸਰ ਪੜ੍ਹਾ ਰਹੇ ਨੇ ਉਹਨਾਂ ਦਾ ਲੇਬਰ ਲਾਅ ਦੇ ਅਕੋਰਡਿੰਗ ਸੈਲਰੀਆਂ ਫਿਕਸ ਨਹੀਂ ਹੈ, ਲਗਾਤਾਰ ਉਹਨਾਂ ਦੇ ਜੋ ਉਹਨਾਂ ਦੀ ਸੁੱਖ ਸਹੂਲਤਾਂ ਨੇ ਜਾਂ ਉਹਨਾਂ ਦੇ ਜੋ ਅਧਿਕਾਰ ਨੇ ਉਹਨਾਂ ਦੀ ਵਾਇਓਲੇਸ਼ਨ ਹੈ। ਇਸ ਬਾਰੇ ਡਾਕਟਰ ਰਾਜ ਬਹਾਦਰ ਨੂੰ ਵੀ ਸ਼ਿਕਾਇਤਾਂ ਗਈਆਂ, ਇਸ ਬਾਰੇ ਸਿਹਤ ਮਹਿਕਮੇ ਨੂੰ ਵੀ ਸ਼ਿਕਾਇਤਾਂ ਜਾਂਦੀਆਂ। ਸੋ ਕੁੱਲ ਮਿਲਾ ਕੇ ਗੱਲ ਇਹ ਹੈ, ਮੈਂ ਕਹਿੰਦਾ ਵੀ ਡਾਕਟਰ ਰਾਜ ਬਹਾਦਰ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਾਉਣੇ ਜ਼ਰੂਰੀ ਨੇ ਅਤੇ ਉੱਥੇ ਗੜਬੜ ਵੀ ਹੈ, ਇਸ ਤੋਂ ਕੋਈ ਮੁਨਕਰ ਨਹੀਂ ਹੈ।
ਪਰ ਉਹਨੂੰ ਨਜਿੱਠਣ ਦਾ ਤਰੀਕਾ ਹੀ ਨਹੀਂ ਹੋ ਸਕਦਾ। ਇਹ ਬਹੁਤ ਸੋਹਣੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ, ਜਿਵੇਂ ਕਿ ਡਾਕਟਰ ਰਾਜ ਬਹਾਦਰ ਮੁਤਾਬਕ ਉਹਨਾਂ ਨੇ ਮਾਫੀ ਮੰਗੀ ਹੈ, ਉਹਨਾਂ ਨੇ ਪੂਰੀ ਕਾਰਗੁਜ਼ਾਰੀ ਦੇ ਉੱਤੇ ਖੇਦ ਪ੍ਰਗਟ ਕੀਤਾ ਹੈ। ਆਮ ਆਦਮੀ ਪਾਰਟੀ ਦੇ ਆਪਣੇ ਮਿਨਿਸਟਰ ਫੌਜਾ ਸਿੰਘ ਨੇ ਵੀ ਜੋੜ ਮਾਜਰਾ ਸਾਹਿਬ ਦੀ ਜਿਹੜੀ ਵਿਹਾਰ ਸੀ ਉਹਦੇ ਉੱਤੇ ਉਹਨਾਂ ਨੇ ਆਪਣੀ ਅਸਹਿਮਤੀ ਦਿਖਾਈ ਹੈ। ਚੰਗੀ ਗੱਲ ਹੈ। ਜਦੋਂ ਫਰਾਕ ਦਿਲੀ ਦੇ ਨਾਲ ਕੋਈ ਮਾਫੀ ਮੰਗਦਾ ਆ ਜਾਂ ਉਹ ਆਪਣੇ ਕੀਤੇ ਨੂੰ ਸੁਧਾਰਦਾ, ਮੈਨੂੰ ਲੱਗਦਾ ਉਹਦਾ ਸਵਾਗਤ ਹੋਣਾ ਚਾਹੀਦਾ ਹੈ। ਪਰ ਇਹ ਕੱਲ ਵਾਂਗੂ ਮੀਡੀਆ ਟ੍ਰਾਇਲ ਨਹੀਂ ਬਣ ਜਾਣਾ ਚਾਹੀਦਾ। ਜਦੋਂ ਵੀ ਕੋਈ ਕਾਰਗੁਜ਼ਾਰੀ ਹੁੰਦੀ ਹੈ ਉਹਦਾ ਮੀਡੀਆ ਟ੍ਰਾਇਲ ਬਣਾਉਣਾ ਜ਼ਰੂਰੀ ਨਹੀਂ ਹੈ। ਇਹਦੇ ਵਿੱਚ ਮੇਰਾ ਜੇ ਪਰਸਨਲ ਪੁੱਛੋ ਤਾਂ ਇਹਦੇ ਵਿੱਚ ਹੋਰ ਢੰਗ ਵੀ ਹੋ ਸਕਦੇ ਸੀ। ਦੇਖੋ, ਹਸਪਤਾਲਾਂ ਦੇ ਅੰਦਰ ਮਾੜਾ ਪ੍ਰਬੰਧ ਹੈਗਾ, ਇਸ ਤੋਂ ਕੋਈ ਇਨਕਾਰ ਨਹੀਂ ਕਰ ਰਿਹਾ, ਪਰ ਉਹਦੇ ਬਾਰੇ ਬਕਾਇਦਾ ਕੋਈ ਕਮੇਟੀ ਬਣ ਕੇ 1 ਮਹੀਨੇ ਦੇ ਅੰਦਰ ਇੱਕ ਪੂਰੀ ਫਾਈਲ ਉੱਥੇ ਜਮ੍ਹਾਂ ਕਰਵਾਈ ਜਾਵੇ ਕਿ ਕੀ ਘਾਟਾਂ ਨੇ, ਕਿੱਥੇ ਫੰਡ ਦੀ ਘਾਟ ਹੈ, ਕਿੱਥੇ ਫੰਡ ਸਹੀ ਵਰਤਿਆ ਨਹੀਂ ਗਿਆ, ਅਤੇ ਉਹ ਸਾਰੀ ਕਾਰਗੁਜ਼ਾਰੀ ਦੇ ਵਿੱਚ ਤੁਰੰਤ ਐਕਸ਼ਨ ਲੈ ਕੇ ਉਸ ਪੂਰੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸਰਕਾਰ ਕੰਮ ਕਰੇਗੀ ਤਾਂ ਇਸ ਦੇ ਵਿੱਚ ਤਾਂ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ। ਸੋ ਇਹ ਸਵਾਲ ਇਕੱਲਾ ਡਾਕਟਰ ਰਾਜ ਬਹਾਦਰ ਦੀ ਕਾਰਗੁਜ਼ਾਰੀ ਤੇ ਨਹੀਂ ਬਣ ਜਾਂਦਾ, ਇਹ ਸਵਾਲ ਪੂਰੇ ਦੇ ਪੂਰੇ ਉਸ ਸਿਸਟਮ ਤੇ ਬਣਦਾ ਜਿਹੜਾ ਸਿਸਟਮ ਮਿਲਾ ਕੇ ਇਸ ਪੂਰੇ ਦੇ ਪੂਰੇ ਹੈਲਥ ਸੈਕਟਰ ਨੂੰ ਚਲਾ ਰਿਹਾ ਹੈ। ਹੈਲਥ ਸੈਕਟਰ ਦੇ ਅੰਦਰ ਜ਼ਰੂਰੀ ਕੀ ਹੋਣਾ ਚਾਹੀਦਾ ਹੈ? ਹੈਲਥ ਸਰਵਿਸ ਹੋਣੀ ਚਾਹੀਦੀ ਹੈ, ਪਰ ਹੈਲਥ ਸਰਵਿਸ ਕਿਉਂਕਿ ਇੱਕ ਹੈਲਥ ਸੈਕਟਰ ਬਣ ਰਿਹਾ ਜਿਹੜਾ ਇੱਕ ਕਾਰਪੋਰੇਟ ਸੈਕਟਰ ਹੈ। ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਵੀ ਸਰਕਾਰ ਧਿਆਨ ਦੇਵੇ ਤੇ ਮੈਨੂੰ ਲੱਗਦਾ ਕਿ ਇਸ ਬਹਾਨੇ ਸਹੀ ਡਾਕਟਰ ਰਾਜ ਬਹਾਦਰ ਵਾਲਾ ਕਿੱਸਾ ਤੇ ਅੱਜ ਨਿਪਟ ਜਾਏਗਾ। ਸੋਮਵਾਰ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ। ਇਹ ਕੋਈ ਵੱਡਾ ਮਸਲਾ ਨਹੀਂ ਹੈ, ਹੱਲ ਹੋ ਜਾਏਗਾ। ਪਰ ਇਸ ਤੋਂ ਬਾਅਦ ਵੀ ਕੀ ਸਿਹਤ ਸੇਵਾਵਾਂ ਦਾ, ਹਸਪਤਾਲਾਂ ਦਾ ਹਾਲ ਸੁਧਰ ਸਕਦਾ? ਮੈਨੂੰ ਨਹੀਂ ਲੱਗਦਾ ਕਿ ਉਹ ਸੁਧਰ ਰਿਹਾ ਹੈ। ਸੋ ਇਹ ਚੇਤਨ ਸਿੰਘ ਜੋੜਾ ਮਾਜਰਾ ਦੇ ਲਈ ਵੀ ਬਹੁਤ ਵੱਡਾ ਇਮਤਿਹਾਨ ਹੈ, ਪੂਰਾ ਸਰਕਾਰ ਲਈ ਵੀ ਇਮਤਿਹਾਨ ਹੈ, ਕਿਉਂਕਿ ਮੀਡੀਆ ਟ੍ਰਾਇਲ ਬੰਦ ਕਰਕੇ ਅਤੇ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਔਨ ਦੀ ਸਪੋਟ ਦੇਵਾ ਦੀ ਅਦਾਲਤ ਟਾਈਪ ਪੈਟਰਨ ਬੰਦ ਕਰਕੇ ਆਪਣੇ ਕਾਰਗੁਜ਼ਾਰੀ ਨੂੰ ਇੱਕ ਸਹੀ ਪੈਟਰਨ ਚ ਲੈ ਕੇ ਜਾਵੇ ਜੋ ਕਨਸਟੀਟਿਊਸ਼ਨ ਮੈਨਰ ਦੇ ਅੰਦਰ ਤੈਅ ਕੀਤਾ ਪਿਆ ਆਲਰੇਡੀ ਸਾਡੇ ਸੰਵਿਧਾਨ ਨੇ। ਜੀ ਨਵਜੋਤ ਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ, ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਸਾਨੂੰ ਦੇਣ ਦੇ ਲਈ। ਤਾਂ ਬਿਲਕੁਲ ਅੱਜ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਇਸ ਤੋਂ ਬਾਅਦ ਸੋਮਵਾਰ ਮੁਲਾਕਾਤ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਨਾਲ ਕਰ ਲਈ ਜਾਵੇਗੀ। ਪਰ ਕੀ ਇੰਨਾ ਕਾਫੀ ਹੋਏਗਾ ਕਿ ਇਹ ਕਰ ਦੇਣ ਦੇ ਨਾਲ ਪੂਰਾ ਹੈਲਥ ਸਿਸਟਮ, ਜਿਸ ਦਾ ਇੱਕ ਪੋਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇੱਕ ਵੀਡੀਓ ਤੋਂ ਬਾਅਦ ਖੁੱਲੀ ਹੈ, ਉਸ ਹੈਲਥ ਸਿਸਟਮ ਜਿਹੜਾ ਉਹ ਪੰਜਾਬ ਦੇ ਵਿੱਚ ਠੀਕ ਹੋ ਜਾਏਗਾ? ਇਸ ਦੀ ਜਵਾਬਦੇਹੀ ਕੌਣ ਕਰੇਗਾ? ਇਹ ਵੀ ਅਗਲੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ਲੋਕਾਂ ਨੂੰ ਮਿਲਣੇ ਜ਼ਰੂਰੀ ਨੇ ਕਿ ਲੋਕ ਜਿਹੜੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਜਿਨ੍ਹਾਂ ਨੇ ਉੱਥੇ ਜਾ ਕੇ ਆਪਣਾ ਪੂਰਾ ਇਲਾਜ ਕਰਾਉਣਾ ਆ, ਗਰੀਬ ਘਰਾਂ ਦੇ ਲੋਕ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਉੱਥੇ ਕਿਸ ਤਰੀਕੇ ਦੀਆਂ ਵਿਵਸਥਾਵਾਂ ਮਿਲਦੀਆਂ ਨੇ। ਤੇ ਦੂਸਰੇ ਪਾਸੇ ਜਦੋਂ ਸਰਕਾਰੀ ਹਸਪਤਾਲ ਜਿਹੜੇ ਨੇ ਉਹ ਮਾੜੇ ਹੋ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਖੜਾ ਹੋ ਰਿਹਾ ਤੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਫੀਸਾਂ ਦੀ ਲੰਬੀ ਲੁੱਟ, ਹਰ ਇੱਕ ਇਲਾਜ ਦੇ ਲਈ ਜਿਹੜੇ ਪਤਾ ਨਹੀਂ ਕਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਪੈਸੇ ਜਿਹੜੇ ਨੇ ਉਹ ਇੱਕ ਮਰੀਜ਼ ਤੋਂ ਲਏ ਜਾਂਦੇ ਨੇ। ਤਾਂ ਇਹਨਾਂ ਸਾਰੇ ਢਾਂਚੇ ਨੂੰ ਸਮਝਣ ਦੀ ਲੋੜ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਢਾਂਚਾ ਜਿਹੜਾ ਉਸਨੂੰ ਸਹੀ ਕੀਤਾ ਜਾਣਾ ਅਤੇ ਆਮ ਲੋਕਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਸਰਕਾਰ ਦੇ ਵੱਲੋਂ ਲਿਆ ਜਾਣਾ। ਤਾਂ ਹੁਣ ਸਰਕਾਰ ਦੇ ਵੱਲੋਂ ਮਾਫੀ ਮੰਗੀ ਗਈ ਹੈ, ਇਸ ਤੋਂ ਬਾਅਦ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਦਮ ਚੱਕਦੀ ਹੈ ਉਹ ਵੀ ਦੇਖਣਾ ਹੋਏਗਾ। ਤੇ ਇਸੇ ਦੇ ਵਿਚਾਲੇ ਅੱਜ ਫੌਜਾ ਸਿੰਘ ਸਰਾਰੀ ਜੋ ਕਿ ਆਮ ਆਦਮੀ ਪਾਰਟੀ ਦੇ ਹੀ ਕੈਬਨਿਟ ਮੰਤਰੀ ਨੇ, ਉਹਨਾਂ ਦੇ ਵੱਲੋਂ ਵੀ ਆਪਣੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦਾ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਕਿਹਾ ਗਿਆ ਕਿ ਉਹਨਾਂ ਨੇ ਜੋ ਕੀਤਾ ਗਲਤ ਕੀਤਾ। ਫੌਜਾ ਸਿੰਘ ਸਰਾਰੀ ਕੀ ਕਹਿ ਰਹੇ ਸਨ ਉਹ ਤੁਹਾਨੂੰ ਸੁਣਾ ਰਹੇ ਹਾਂ। 5 ਮੈਡਲ ਵੀ ਜਿੱਤ ਚੁੱਕੇ ਆ ਜੀ ਤਲਵੰਡੀ ਸਾਹਿਬ। ਆਏ ਦਿਨ ਨੌਜਵਾਨ ਮਰ ਰਹੇ ਆ, ਚਿੱਟਾ ਖਤਮ ਨਹੀਂ ਹੋ ਰਿਹਾ। ਅਫਸੋਸ ਹੈ ਜਿਹੜੇ ਚਿੱਟਾ ਸ਼ੁਰੂ ਕਰਨ ਵਾਲੇ ਸੀ ਉਹ ਆਪ ਜੇਲ੍ਹਾਂ 'ਚ। ਤੇ ਹੁਣ ਜਿਹੜੀ ਪੁਲਿਸ ਹੈ, ਤੁਹਾਨੂੰ ਪਤਾ, ਤੁਸੀਂ ਕਦੇ ਜਿੰਨੀ ਤੁਹਾਡੀ ਉਮਰ ਹੈ ਕਦੇ ਪੰਜਾਬ ਦਾ ਡੀਜੀਪੀ ਕੋਲ ਚੈਕਿੰਗ ਕਰਦਾ ਦੇਖਿਆ? ਇਹ ਬਦਲਾਅ ਦੀ ਨਿਸ਼ਾਨੀ। ਡੀਜੀਪੀ ਸਾਹਿਬ ਕੋਲ ਚੈਕਿੰਗ ਕਰਦੇ ਨੇ, ਜਲਦੀ ਖਤਮ ਹੋ ਜਾਏਗਾ। ਜਿਹੜੇ ਨਸ਼ਾ ਲਿਆਉਣ ਵਾਲੇ ਸੀ ਲੋਕ ਉਹ ਜੇਲ੍ਹਾਂ 'ਚ ਬੈਠੇ ਆ, ਕਿ ਜਿਹੜੇ ਉਹਨਾਂ ਦੀ ਸਰਗਰਮੀ 'ਚ ਕੰਮ ਕਰ ਰਹੇ ਨੇ ਉਹ ਜਲਦੀ ਫੜੇ ਜਾਣਗੇ। ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਇੰਨੀ ਮੁਸਤੈਦੀ ਨਾਲ ਗੁਜਰਾਤ ਤੋਂ ਗਲਤ ਹੈ, ਮੰਦਭਾਗਾ ਹੈ ਕਿ ਰਾਜਨੇਤਾ ਦਾ ਫਰਜ਼ ਹੁੰਦਾ ਸਤਿਕਾਰ ਦੇਣਾ, ਨਾ ਕਿ ਕਿਸੇ ਦੀ ਬੇਇੱਜ਼ਤੀ ਕਰਨਾ। ਜਿਹੜਾ ਵੀ ਹੋਇਆ ਮਾੜਾ ਹੋਇਆ। ਵਾਈਸ ਚਾਂਸਲਰ ਸਾਹਿਬ ਨੇ ਗੁੱਸੇ ਵਿੱਚ ਅਸਤੀਫਾ ਅੱਜ ਆਪਾਂ WhatsApp ਤੇ ਦੇਖ ਰਹੇ ਹਾਂ ਜਾਂ ਜੋ ਵੀ ਬੋਲਿਆ ਜਾ ਰਿਹਾ ਸੁਣਿਆ, ਪਰ ਮਾੜੀ ਗੱਲ ਨਹੀਂ ਚਾਹੀਦਾ ਇਸ ਤਰ੍ਹਾਂ। ਕਿ ਕੰਮ ਕਰਾਉਣ ਦਾ ਤਰੀਕਾ ਹੁੰਦਾ ਕਿ ਪਹਿਲਾਂ ਪਿਆਰ ਨਾਲ
फिर थोड़ा दबका, फिर झटका, कि जे जान सारी पहले दिन इस तरह करिए तो ठीक नहीं। ਲਗਾਤਾਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਨੇ ਉਹਦੇ ਨਾਲ ਜਿਹੜੇ ਹੈਗੇ ਆ ਪੰਜਾਬ ਦੀ ਆਫਿਸਰ ਲੌਬੀ ਕਾਫੀ ਨਾਰਾਜ਼ ਚੱਲ ਰਹੀ ਹੈ ਸਰਕਾਰ ਨਾਲ, ਅਸਤੀਫਿਆਂ ਦੀ ਝੜੀ ਲੱਗ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਕੋਈ ਗੱਲ ਨਹੀਂ, ਅਫਸਰਸ਼ਾਹੀ ਤੇ ਰਾਜਨੇਤਾ ਡੈਮੋਕ੍ਰੇਸੀ ਤੋਂ ਰਲ ਕੇ ਚਲਾਉਂਦੇ ਆ, ਆਪਣੇ ਆਪ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ। ਅਗਰ ਜਿੱਥੇ ਕਿਤੇ ਸਾਡੇ ਰਾਜਨੇਤਾ ਵੱਲੋਂ ਕੋਈ ਗਲਤੀ ਹੋਈ ਤਾਂ ਸੌਰੀ ਫੀਲ ਕਰਨਾ, ਮਾਫ ਮੰਗਣਾ, ਇਸ ਤਰ੍ਹਾਂ ਨਹੀਂ ਹੁੰਦਾ ਕਦੇ। ਦਬਾਅ ਨਾਲ ਕੋਈ ਕੰਮ ਠੀਕ ਨਹੀਂ ਹੁੰਦਾ। मैं तो जिथे भी जाता उत्थे कहना कि सारी टीम वर्क के तौर पर काम करेंगे, कोई बड़ा छोटा नहीं है। आम आदमी पार्टी का तो मकसद यही है कि जिस तरह केजरीवाल साहब तुम सुनिया होना सारे ने कि राजनीतिक कारण नहीं आए, राजनीति बदल आए। इस करके टीम के तौर पर काम कर रहे हैं, किसी का दबाव बनाने का कोई किसी का मकसद नहीं है। गलत है, मंदभागा कि राजनेता का फर्ज होता है सत्कार देना, ना कि किसी की बेइज्जती करना। ਜਿਹੜਾ भी होया माड़ा होया। ਤਾਂ ਫੌਜਾ ਸਿੰਘ ਸਰਾਰੀ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਪਹਿਲਾਂ ਅਫਸਰਾਂ ਨੂੰ ਦੱਸਿਆ ਜਾ ਸਕਦਾ ਸੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿ ਦੌਰੇ ਦੇ ਉੱਤੇ ਆਉਣਾ ਤੇ ਜਿਸ ਤਰੀਕੇ ਦੇ ਨਾਲ ਵਿਵਹਾਰ ਕੀਤਾ ਗਿਆ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ ਉਹ ਨਿੰਦਣਯੋਗ ਹੈ। ਇਹ ਫੌਜਾ ਸਿੰਘ ਸਰਾਰੀ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਖੁਦ ਕੈਬਨਿਟ ਮੰਤਰੀ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ। ਤਾਂ ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਗਲਤ ਕੀਤਾ ਹੈ ਚੇਤਨ ਸਿੰਘ ਜੌੜੇ ਮਾਜਰਾ ਨੇ, ਉੱਥੇ ਹੀ ਅਕਾਲੀ ਦਲ ਅਤੇ ਕਾਂਗਰਸ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਸੀ। ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਗਿਆ। ਪੰਜਾਬ ਦੇ ਹੈਲਥ ਮਿਨਿਸਟਰ ਸਰ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਜਿਸ ਤਰ੍ਹਾਂ ਡਾਕਟਰ ਰਾਜ ਬਹਾਦਰ ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਔਰ ਦੁਨੀਆ ਦੇ ਮੰਨੇ ਪਰਮੰਨੇ ਰੀੜ੍ਹ ਦੀ ਹੱਡੀ ਦੇ ਮਾਹਰ ਮੰਨੇ ਜਾਂਦੇ ਨੇ, ਉਹ ਹੈਲਥ ਐਜੂਕੇਸ਼ਨ ਤੇ ਹੈਲਥ ਸੇਵਾਵਾਂ ਦੇ ਇੱਕ ਨੋਨ ਫਿਗਰ ਨੇ ਅੰਤਰਰਾਸ਼ਟਰੀ ਦੇਸ਼ ਦੀ। ਔਰ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਸੈਂਕੜੇ ਲੋਕਾਂ ਦਾ ਮਤਲਬ ਇੱਕ ਮੁਫਤ ਇਲਾਜ ਰੀੜ੍ਹ ਦੀ ਹੱਡੀ ਦਾ ਕਰਨ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਟੋਕਨ ਤੇ ਲੋਕ ਮਤਲਬ ਸਮਾਂ ਮੰਗਦੇ ਨੇ। ਐਸੇ ਇੱਕ ਮਾਹਰ ਡਾਕਟਰ ਨੂੰ ਅਪਮਾਨਿਤ ਕਰਨਾ ਮਤਲਬ ਸ਼ਰੇਆਮ ਮਤਲਬ ਇੱਕ ਬਹੁਤ ਵੱਡੀ ਜ਼ਿਆਦਤੀ ਆ, ਔਰ ਮੈਂ ਸਮਝਦਾ ਇੱਕ ਗੈਰ ਜ਼ਿੰਮੇਵਾਰਾਨਾ ਕਾਰਵਾਈ ਆ। ਔਰ ਇਹ ਕਿਸੇ ਤਰ੍ਹਾਂ ਵੀ ਇੱਕ ਆਮ ਸਧਾਰਨ ਬੰਦਾ ਵੀ ਇਹਨੂੰ ਬਰਦਾਸ਼ਤ ਨਹੀਂ ਕਰਦਾ, ਤੇ ਐਡੇ ਵੱਡੇ ਮਾਹਰ ਡਾਕਟਰ ਕਿਵੇਂ ਬਰਦਾਸ਼ਤ ਕਰ ਸਕਦੇ ਨੇ। ਔਰ ਇਸ ਅਪਮਾਨਜਨਕ ਜਿਹੜਾ ਕਾਰਵਾਈ ਆ, ਇਹਦੇ ਬਦਲੇ ਦੇ ਵਿੱਚ ਜਿਸ ਤਰ੍ਹਾਂ ਮੈਡੀਕਲ ਅਫਸਰਾਂ ਨੇ ਅਸਤੀਫੇ ਦੇਣੇ ਸ਼ੁਰੂ ਕੀਤੇ ਨੇ, ਇਹ ਨੈਚੁਰਲ ਸੀ। ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਹੈਲਥ ਮਿਨਿਸਟਰ ਤੋਂ ਮਾਫੀ ਮੰਗਾਉਣੀ ਚਾਹੀਦੀ ਆ, ਬਲਕਿ ਮੁੱਖ ਮੰਤਰੀ ਸਾਹਿਬ ਨੂੰ ਖੁਦ ਨੰਗੇ ਪੈਰ ਜਾ ਕੇ ਡਾਕਟਰ ਰਾਜ ਬਹਾਦਰ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ, ਔਰ ਹੈਲਥ ਫੈਕਲਟੀ ਤੋਂ ਮਾਫੀ ਮੰਗਣੀ ਚਾਹੀਦੀ ਆ। ਇਹ ਜਿਹੜਾ ਅੱਜ ਸੂਬੇ ਦੇ ਵਿੱਚ ਡਾਕਟਰ ਸਾਹਿਬਾਨਾਂ ਵਿੱਚ ਰੋਸ ਪਾਇਆ ਜਾ ਰਿਹਾ, ਹੈਲਥ ਮਹਿਕਮੇ ਦੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ, ਔਰ ਡਾਕਟਰ ਸਾਹਿਬਾਨਾਂ ਦਾ ਪੇਸ਼ਾ ਆਪਣੇ ਆਪ ਨੂੰ ਅਪਮਾਨਿਤ ਸਮਝ ਰਿਹਾ। ਸੋ ਇਹਦਾ ਖਮਿਆਜਾ ਜਿਹੜਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਨੇ। ਪੰਜਾਬ ਦੇ ਮੁਖੀ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰਤ ਮੈਂ ਸਮਝਦਾ ਇਹਦੇ ਆਪ ਮਾਫੀ ਮੰਗਣੀ ਚਾਹੀਦੀ ਆ, ਔਰ ਹੈਲਥ ਮਿਨਿਸਟਰ ਤੋਂ ਮਾਫੀ ਮੰਗਵਾਉਣੀ ਚਾਹੀਦੀ ਆ, ਤਾਂ ਕਿ ਲੋਕਾਂ ਨੂੰ ਅਹਿਸਾਸ ਹੋ ਸਕੇ ਕਿ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਹੋ ਸਕੇ। ਤੋਂ ਹੀ ਗੰਦੇ ਗੱਦਿਆਂ ਦੇ ਉੱਤੇ ਸਿਆਸਤ ਪੂਰੀ ਤਰ੍ਹਾਂ ਪੱਖੀ, ਜਿੱਥੇ ਅਕਾਲੀ ਦਲ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ, ਉੱਥੇ ਹੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਵੀਡੀਓ ਜਾਰੀ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਰਹੇ ਸਨ। ਤੇ ਉੱਥੇ ਹੀ ਅੱਜ ਉਹਨਾਂ ਨੇ ਸਮਾਂ ਸੰਭਾਲਦਿਆਂ ਅੱਜ ਡਾਕਟਰ ਰਾਜ ਬਹਾਦਰ ਦੇ ਨਾਲ ਮੁਲਾਕਾਤ ਵੀ ਕਰ ਲਈ। ਰੀਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ 'ਚ ਮੁਲਾਕਾਤ ਕੀਤੀ ਗਈ ਉਹਨਾਂ ਦੇ ਵੱਲੋਂ ਡਾਕਟਰ ਰਾਜ ਬਹਾਦਰ ਦੇ ਨਾਲ, ਜਦਕਿ ਡਾਕਟਰ ਰਾਜ ਬਹਾਦਰ ਕੱਲ ਫਰੀਦਕੋਟ ਸਨ, ਪਰ ਅੱਜ ਮੋਹਾਲੀ ਕਿਉਂਕਿ ਉਹ ਹਰ ਸ਼ਨੀਵਾਰ ਆਉਂਦੇ ਨੇ, ਤਾਂ ਅੱਜ ਰਾਜਾ ਵੜਿੰਗ ਸਮਾਂ ਰਹਿੰਦਿਆਂ ਅਤੇ ਮੌਕੇ ਦਾ ਫਾਇਦਾ ਚੁੱਕਣ ਦੇ ਲਈ ਤੁਰੰਤ ਰੀਜਨਲ ਸਪਾਈਨ ਸੈਂਟਰ ਜਿਹੜਾ ਹੈ ਮੋਹਾਲੀ ਦੇ ਵਿੱਚ ਉੱਥੇ ਪਹੁੰਚ ਗਏ ਅਤੇ ਉੱਥੇ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਗੱਲਬਾਤ ਕੀਤੀ ਗਈ ਹੈ। ਤੇ ਇਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਕੁਝ ਹੋਇਆ ਉਹ ਗਲਤ ਹੋਇਆ, ਡਾਕਟਰ ਰਾਜ ਬਹਾਦਰ ਦੇ ਨਾਲ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰੀਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ ਦੀਆਂ, ਜਿੱਥੇ ਡਾਕਟਰ ਰਾਜ ਬਹਾਦਰ ਰੋਂਦੇ ਹੋਏ ਵੀ ਨਜ਼ਰ ਆਏ। ਉਹ ਅੱਖਾਂ ਉਹਨਾਂ ਦੀਆਂ ਨਮ ਸਨ,
ਉਹ ਜਦੋਂ ਰਾਜਾ ਵੜਿੰਗ ਦੇ ਨਾਲ ਮੁਲਾਕਾਤ ਕਰ ਰਹੇ ਸਨ, ਕਿਉਂਕਿ ਰਾਜਾ ਵੜਿੰਗ ਪਹੁੰਚੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ, ਤਾਂ ਅੱਖਾਂ ਪੂੰਝਦੇ ਸਾਫ਼ ਦਿਖਾਈ ਦੇ ਰਹੇ ਨੇ। ਤਸਵੀਰਾਂ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਕਿ ਡਾਕਟਰ ਰਾਜ ਬਹਾਦਰ ਜਿਹੜੇ ਵੀਸੀ ਨੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਸਾਹਿਬ ਦੇ, ਜਿਨ੍ਹਾਂ ਦੇ ਨਾਲ ਕੱਲ ਚੇਤਨ ਸਿੰਘ ਜੌੜਾ ਮਾਜਰਾ ਮਿਲੇ ਸਨ ਤੇ ਉੱਥੇ ਜੋ ਪੂਰੀ ਵੀਡੀਓ ਵਾਇਰਲ ਹੋਈ ਹੈ, ਤੇ ਉਸ ਤੋਂ ਬਾਅਦ ਡਾਕਟਰ ਰਾਜ ਬਹਾਦਰ ਨੂੰ ਬੀਤੀ ਦੇਰ ਰਾਤ ਅਸਤੀਫਾ ਆਪਣਾ ਦੇਣਾ ਪਿਆ ਤੇ ਅਸਤੀਫਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਉਸ ਤੋਂ ਤੁਰੰਤ ਬਾਅਦ ਹੀ ਪੂਰੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵੱਲੋਂ ਧੜਾਧੜ ਅਸਤੀਫੇ ਦਿੱਤੇ ਗਏ ਤੇ ਉਸ ਤੋਂ ਬਾਅਦ ਪੂਰਾ ਮਾਹੌਲ ਭਖਿਆ। ਤੇ ਅੱਜ ਜਦੋਂ ਉਹ ਆਪਣੇ ਸੈਂਟਰ ਦੇ ਵਿੱਚ ਪਹੁੰਚੇ ਸਨ, ਰੀਜਨਲ ਸਪਾਈਨ ਸੈਂਟਰ ਮੋਹਾਲੀ ਦੇ ਵਿੱਚ, ਤਾਂ ਉੱਥੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦੇ ਨਾਲ ਗੱਲਬਾਤ ਕੀਤੀ ਮੇਰੇ ਸਹਿਯੋਗੀ ਰਣਦੀਪ ਸਿੰਘ ਨੇ, ਤੇ ਕੀ ਕੁਝ ਕਹਿ ਰਹੇ ਨੇ ਰਾਜਾ ਵੜਿੰਗ ਉਹ ਤੁਹਾਨੂੰ ਸੁਣਾ ਰਹੇ ਹਾਂ। ਬਾਬਾ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਲਗਾਤਾਰ ਸਿਆਸਤ ਸ਼ੁਰੂ ਹੋਈ ਹੈ। ਰਾਜਾ ਵੜਿੰਗ ਅੱਜ ਉਹਨਾਂ ਨੂੰ ਮਿਲ ਕੇ ਆਏ ਨੇ, ਰਾਜ ਬਹਾਦਰ ਜੀ ਨੂੰ ਮਿਲ ਕੇ ਆਏ ਨੇ। ਗੱਲਬਾਤ ਕਰਦੇ ਵੜਿੰਗ ਸਾਹਿਬ, ਰਾਜ ਬਹਾਦਰ ਜੀ ਨੇ ਅਸਤੀਫਾ ਦੇ ਦਿੱਤਾ, ਮਿਲ ਕੇ ਆਏ ਹੋ, ਕੀ ਗੱਲਬਾਤ ਹੋਈ ਹੈ, ਕਿਹੜੇ ਮੁੱਦੇ ਤੇ ਗੱਲ? ਬਸ ਜੀ ਕੋਈ ਮੁੱਦੇ ਤੇ ਗੱਲ ਨਹੀਂ, ਮੈਂ ਉਹਨਾਂ ਤੋਂ ਮਾਫੀ ਮੰਗਣ ਆਇਆ ਔਰ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਹੌਸਲਾ ਆਪਦਾ ਬੁਲੰਦ ਰੱਖੋ, ਤੁਸੀਂ ਸਾਡੇ ਪਿਤਾ ਸਮਾਨ ਹੋ। ਤੁਹਾਡਾ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਲੋਕਾਂ ਵਾਸਤੇ ਹੈ, ਪੰਜਾਬ ਦੇ ਹਿੱਤ ਵਾਸਤੇ ਹੈ। ਜੋ ਤੁਸੀਂ ਕੀਤਾ ਉਹ ਅਸੀਂ ਵੀ ਕਰ ਨਹੀਂ ਪਾਏ। ਤੁਸੀਂ ਉਸ ਸਮੇਂ ਕੋਵਿਡ ਦੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਈਆਂ ਔਰ 50,000 ਟੈਸਟ ਕਰਦੇ ਰਹੇ। ਜਦੋਂ ਕੋਈ ਲੋਕ ਨੇੜੇ ਹੀ ਨਹੀਂ ਆਉਂਦੇ ਸੀ, ਲੋਕ ਆਪਦੀ ਬਾਪ ਨੂੰ ਮਿਲਣ ਨਹੀਂ ਆਉਂਦਾ ਸੀ ਕੋਈ, ਉਦੋਂ ਤੁਸੀਂ ਉਹਨਾਂ ਪੇਸ਼ੈਂਟਸ ਦੇ ਨਾਲ ਜੂਝੇ ਹੋ, ਤੁਸੀਂ ਜ਼ਿੰਦਗੀ ਮੌਤ ਦੀ ਲੜਾਈ ਲੜੀ ਹੈ। ਬਹੁਤ ਐਸੇ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਫੋਟੋਆਂ ਆਪਦੇ ਘਰਾਂ 'ਚ ਲਾਈਆਂ ਹੋਈਆਂ। ਸੋ ਮੈਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕਮ ਔਨ। ਕਹਿੰਦੇ ਮਾਫੀ ਮੰਗਣ ਆਏ, ਲੋਕ ਤਾਂ ਕਹਿ ਰਹੇ ਨੇ ਕਿ ਜੌੜਾ ਮਾਜਰਾ ਨੂੰ ਮਾਫੀ ਮੰਗਣੀ ਚਾਹੀਦੀ ਹੈ, ਬਾਕੀ ਸਿਆਸੀ ਲੀਡਰ ਵੀ ਕਹਿ ਰਹੇ। ਮੈਂ ਗੁਜ਼ਾਰਿਸ਼ ਕਰਾਂਗਾ ਜੌੜਾ ਮਾਜਰਾ ਜੀ ਨੂੰ ਕਿ ਉਹ ਵੀ ਇਹਨਾਂ ਨੂੰ ਆ ਕੇ ਘੁੱਟ ਕੇ ਜੱਫੀ ਪਾ ਲੈਣ। ਇਹਨਾਂ ਦੇ ਮਨ ਨੂੰ ਸਕੂਨ ਮਿਲ ਜਾਏਗਾ। 71 ਸਾਲਾਂ ਦੇ ਵਿਅਕਤੀ ਨੂੰ, ਜਿਹੜਾ ਅੱਜ ਵੀ ਸ਼ਨੀਵਾਰ ਨੂੰ ਵੀ ਲੋਕਾਂ ਦੀ ਸੇਵਾ ਕਰ ਰਿਹਾ ਫ੍ਰੀ ਆਫ ਕਾਸਟ, ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ, ਅਸੀਂ ਕਿਸੇ ਦੀ ਨਹੀਂ ਬਚਾਈ ਹਜੇ ਤੱਕ। ਸੋ ਉਹਨਾਂ ਨੂੰ ਦਿਲ ਨਾਲ ਹੀ ਲਾ ਲੈਣ। ਮਾਫੀ ਤਾਂ ਚਲੋ ਦੂਰ ਦੀ ਗੱਲ ਹੈ, ਜੱਫੀ ਪਾ ਲੈਣ। ਕਈ ਵਾਰੀ ਨਵੀਂ ਮਿਨਿਸਟਰੀ 'ਚ ਨਵੇਂ ਕੰਮ 'ਚ ਉਤੇਜਨਾ 'ਚ ਆ ਜਾਂਦਾ ਬੰਦਾ, ਮਾਫੀ ਮੰਗ ਲੈਣੀ ਚਾਹੀਦੀ ਹੈ। ਅਸਤੀਫਾ ਤਾਂ ਉਹਨਾਂ ਨੇ ਦਿੱਤਾ ਕੱਲ, ਪਰ ਤੁਸੀਂ ਕਿਹਾ ਹੁਣ ਉਹਨਾਂ ਨੂੰ ਕਿ ਵਾਪਸ ਲੈ ਲਓ, ਲੋਕਾਂ ਨੂੰ ਲੋੜ ਹੈ ਤੁਹਾਡੀ। ਦੇਖੋ ਸਰਕਾਰ ਉਹਨਾਂ ਨੂੰ ਕਵੇ, ਮੈਂ ਤਾਂ ਹਮੇਸ਼ਾ ਕਹਿਣਾ ਹੈ ਅਸਤੀਫਾ ਦੇਣ ਤੋਂ ਬਾਅਦ ਵੀ ਲੱਗੇ ਪਏ ਨਾ, ਤਾਂ ਲੋਕ ਸੇਵਾ ਦਿਓ। ਤਾਂ ਸਰਕਾਰੀ ਜੌਬ ਤੋਂ ਅਸਤੀਫਾ ਦਿੱਤਾ ਹੋਣਾ, ਲੋਕ ਪਿੰਡ 'ਚ ਤਾਂ ਅੱਜ ਵੀ ਡਾਕਟਰ ਸਾਹਿਬ ਲੱਗੇ ਪਏ। ਸੈਟਰਡੇ ਨੂੰ ਨਹੀਂ, ਅੱਜ ਤਾਂ ਕੱਲ ਵੀਸੀ ਨੂੰ ਇਸ ਤਰ੍ਹਾਂ ਦੀ ਉਹਨਾਂ ਦੇ ਬੇਇੱਜ਼ਤ ਕੀਤਾ ਹੋਵੇ ਤੇ ਉਹ ਫੇਰ ਇਦਾਂ ਬੈਠੇ ਹੋਣ, ਮੈਂ ਸਮਝਦਾ ਕਿ ਬਹੁਤ ਵਧੀਆ। ਸੋ ਰਾਜਾ ਵੜਿੰਗ ਮਿਲ ਕੇ ਗਏ ਨੇ ਰਾਜ ਬਹਾਦਰ ਨੂੰ, ਕਹਿੰਦੇ ਨੇ ਕਿ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ, ਭਾਵੇਂ ਅਸਤੀਫਾ ਦੇ ਦਿੱਤਾ ਪਰ ਅੱਜ ਵੀ ਉਹ ਮੋਹਾਲੀ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕੈਮਰਾਮੈਨ ਗਗਨ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ ਮੋਹਾਲੀ। ਬਾਬਾ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਤੋਂ ਬਾਅਦ ਲਗਾਤਾਰ ਸਿਆਸਤ ਸ਼ੁਰੂ ਹੋਈ ਹੈ। ਰਾਜਾ ਵੜਿੰਗ ਅੱਜ ਉਹਨਾਂ ਨੂੰ ਮਿਲ ਕੇ ਆਏ ਨੇ, ਰਾਜ ਬਹਾਦਰ ਜੀ ਨੂੰ ਮਿਲ ਕੇ ਆਏ ਨੇ। ਗੱਲਬਾਤ ਕਰਦੇ ਵੜਿੰਗ ਸਾਹਿਬ, ਰਾਜ ਬਹਾਦਰ ਜੀ ਨੇ ਅਸਤੀਫਾ ਦੇ ਦਿੱਤਾ, ਮਿਲ ਕੇ ਆਏ ਹੋ, ਕੀ ਗੱਲਬਾਤ ਹੋਈ ਹੈ, ਕਿਹੜੇ ਮੁੱਦੇ ਤੇ ਗੱਲ? ਬਸ ਜੀ ਕੋਈ ਮੁੱਦੇ ਤੇ ਗੱਲ ਨਹੀਂ, ਮੈਂ ਉਹਨਾਂ ਤੋਂ ਮਾਫੀ ਮੰਗਣ ਆਇਆ ਔਰ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਹੌਸਲਾ ਆਪਦਾ ਬੁਲੰਦ ਰੱਖੋ, ਤੁਸੀਂ ਸਾਡੇ ਪਿਤਾ ਸਮਾਨ ਹੋ। ਤੁਹਾਡਾ ਬਹੁਤ ਵੱਡਾ ਯੋਗਦਾਨ ਪੰਜਾਬ ਦੇ ਲੋਕਾਂ ਵਾਸਤੇ ਹੈ, ਪੰਜਾਬ ਦੇ ਹਿੱਤ ਵਾਸਤੇ ਹੈ। ਜੋ ਤੁਸੀਂ ਕੀਤਾ ਉਹ ਅਸੀਂ ਵੀ ਕਰ ਨਹੀਂ ਪਾਏ। ਤੁਸੀਂ ਉਸ ਸਮੇਂ ਕੋਵਿਡ ਦੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਈਆਂ ਔਰ 50,000 ਟੈਸਟ ਕਰਦੇ ਰਹੇ। ਜਦੋਂ ਕੋਈ ਲੋਕ ਨੇੜੇ ਹੀ ਨਹੀਂ ਆਉਂਦੇ ਸੀ, ਲੋਕ ਆਪਦੀ ਬਾਪ ਨੂੰ ਮਿਲਣ ਨਹੀਂ ਆਉਂਦਾ ਸੀ ਕੋਈ, ਉਦੋਂ ਤੁਸੀਂ ਉਹਨਾਂ ਪੇਸ਼ੈਂਟਸ ਦੇ ਨਾਲ ਜੂਝੇ ਹੋ, ਤੁਸੀਂ ਜ਼ਿੰਦਗੀ ਮੌਤ ਦੀ ਲੜਾਈ ਲੜੀ ਹੈ। ਬਹੁਤ ਐਸੇ ਬੰਦੇ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਫੋਟੋਆਂ ਆਪਦੇ ਘਰਾਂ 'ਚ ਲਾਈਆਂ ਹੋਈਆਂ। ਸੋ ਮੈਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕਮ ਔਨ। ਕਹਿੰਦੇ ਮਾਫੀ ਮੰਗਣ ਆਏ, ਲੋਕ ਤਾਂ ਕਹਿ ਰਹੇ ਨੇ ਕਿ ਜੌੜਾ ਮਾਜਰਾ ਨੂੰ ਮਾਫੀ ਮੰਗਣੀ ਚਾਹੀਦੀ ਹੈ, ਬਾਕੀ ਸਿਆਸੀ ਲੀਡਰ ਵੀ ਕਹਿ ਰਹੇ। ਮੈਂ ਗੁਜ਼ਾਰਿਸ਼ ਕਰਾਂਗਾ ਜੌੜਾ ਮਾਜਰਾ ਜੀ ਨੂੰ ਕਿ ਉਹ ਵੀ ਇਹਨਾਂ ਨੂੰ ਆ ਕੇ ਘੁੱਟ ਕੇ ਜੱਫੀ ਪਾ ਲੈਣ। ਇਹਨਾਂ ਦੇ ਮਨ ਨੂੰ ਸਕੂਨ ਮਿਲ ਜਾਏਗਾ। 71 ਸਾਲਾਂ ਦੇ ਵਿਅਕਤੀ ਨੂੰ, ਜਿਹੜਾ ਅੱਜ ਵੀ ਸ਼ਨੀਵਾਰ ਨੂੰ ਵੀ ਲੋਕਾਂ ਦੀ ਸੇਵਾ ਕਰ ਰਿਹਾ ਫ੍ਰੀ ਆਫ ਕਾਸਟ, ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ, ਅਸੀਂ ਕਿਸੇ ਦੀ ਨਹੀਂ ਬਚਾਈ ਹਜੇ ਤੱਕ। ਸੋ ਉਹਨਾਂ ਨੂੰ ਦਿਲ ਨਾਲ ਹੀ ਲਾ ਲੈਣ। ਮਾਫੀ ਤਾਂ ਚਲੋ ਦੂਰ ਦੀ ਗੱਲ ਹੈ, ਜੱਫੀ ਪਾ ਲੈਣ। ਕਈ ਵਾਰੀ ਨਵੀਂ ਮਿਨਿਸਟਰੀ 'ਚ ਨਵੇਂ ਕੰਮ 'ਚ ਉਤੇਜਨਾ 'ਚ ਆ ਜਾਂਦਾ ਬੰਦਾ, ਮਾਫੀ ਮੰਗ ਲੈਣੀ ਚਾਹੀਦੀ ਹੈ। ਅਸਤੀਫਾ ਤਾਂ ਉਹਨਾਂ ਨੇ ਦਿੱਤਾ ਕੱਲ, ਪਰ ਤੁਸੀਂ ਕਿਹਾ ਹੁਣ ਉਹਨਾਂ ਨੂੰ ਕਿ ਵਾਪਸ ਲੈ ਲਓ, ਲੋਕਾਂ ਨੂੰ ਲੋੜ ਹੈ ਤੁਹਾਡੀ। ਦੇਖੋ ਸਰਕਾਰ ਉਹਨਾਂ ਨੂੰ ਕਵੇ, ਮੈਂ ਤਾਂ ਹਮੇਸ਼ਾ ਕਹਿਣਾ ਹੈ ਅਸਤੀਫਾ ਦੇਣ ਤੋਂ ਬਾਅਦ ਵੀ ਲੱਗੇ ਪਏ ਨਾ, ਤਾਂ ਲੋਕ ਸੇਵਾ ਦਿਓ। ਤਾਂ ਸਰਕਾਰੀ ਜੌਬ ਤੋਂ ਅਸਤੀਫਾ ਦਿੱਤਾ ਹੋਣਾ, ਲੋਕ ਪਿੰਡ 'ਚ ਤਾਂ ਅੱਜ ਵੀ ਡਾਕਟਰ ਸਾਹਿਬ ਲੱਗੇ ਪਏ। ਸੈਟਰਡੇ ਨੂੰ ਨਹੀਂ, ਅੱਜ ਤਾਂ ਕੱਲ ਵੀਸੀ ਨੂੰ ਇਸ ਤਰ੍ਹਾਂ ਦੀ
ਉਹਨਾਂ ਦੇ ਬੇਇੱਜ਼ਤ ਕੀਤਾ ਹੋਵੇ ਤੇ ਉਹ ਫੇਰ ਇਦਾਂ ਬੈਠੇ ਹੋਣ, ਮੈਂ ਸਮਝਦਾ ਕਿ ਬਹੁਤ ਵੱਡਾ। ਸੋ ਰਾਜਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੀ ਮੁਆਫੀ ਮੰਗੀ ਗਈ ਹੈ। ਹਾਲਾਂਕਿ ਇਹ ਸਿਆਸਤ ਹੈ, ਸਿਆਸਤ ਦਾ ਇੱਕ ਪੱਖ ਹੈ ਕਿ ਜਦੋਂ ਸਰਕਾਰ ਘਿਰਦੀ ਹੈ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਪਰ ਇਸ ਸਭ ਦੇ ਵਿਚਾਲੇ ਜੋ ਕੱਲ ਹੋਇਆ ਉਸ ਤੋਂ ਬਾਅਦ ਅੱਜ ਪੂਰੀ ਸਿਆਸਤ ਭਖੀ ਰਹੀ ਹੈ, ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਅਜਿਹੇ ਦੇ ਵਿਚਕਾਰ ਜੋ ਸਭ ਤੋਂ ਵੱਡਾ ਸਵਾਲ ਸੀ ਉਹ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਨੂੰ ਇੱਕ ਵਧੀਆ ਹੈਲਥ ਸਿਸਟਮ ਮਿਲ ਸਕੇਗਾ, ਇੱਕ ਵਧੀਆ ਸਿਹਤ ਸਿਸਟਮ ਜਿਸ ਦੇ ਵਿੱਚ ਹਰ ਇੱਕ ਸਹੀ ਜਿਹੜੀ ਸਿਹਤ ਸਹੂਲਤ ਹੈ ਉਹ ਆਮ ਲੋਕਾਂ ਤੱਕ ਪਹੁੰਚੇਗੀ। ਇਸ ਨੂੰ ਲੈ ਕੇ ਸਰਕਾਰ ਕੀ ਕਰੇਗੀ, ਸਰਕਾਰ ਦੇ ਕੋਲ ਕੀ ਪ੍ਰੋਗਰਾਮ ਹੋਣਗੇ, ਕਿਸ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੇ ਵੱਲੋਂ ਮੁਹੱਲਾ ਕਲੀਨਿਕ ਚਲਾਏ ਜਾ ਰਹੇ ਨੇ, ਜਿਹੜੇ ਨਵੇਂ ਬਣਾਏ ਜਾ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਡਿਸਪੈਂਸਰੀਆਂ ਪਈਆਂ ਨੇ, ਇਸ ਤੋਂ ਪਹਿਲਾਂ ਹਸਪੀਟਲਸ ਪਏ ਨੇ, ਉਹਨਾਂ ਦਾ ਪ੍ਰਬੰਧ ਚੰਗੀ ਤਰੀਕੇ ਦੇ ਨਾਲ ਨਹੀਂ ਚੱਲ ਰਿਹਾ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਤੇ ਪੂਰਾ ਹੈਲਥ ਸਿਸਟਮ ਸੁਧਾਰਨਾ ਕਿਵੇਂ ਹੈ। ਕਿਉਂਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਨੇ ਜਾਂ ਬਹੁਤ ਸਾਰੇ ਜਿਹੜੇ ਕਾਮੇ ਨੇ, ਚਾਹੇ ਉਹ 4th ਕਲਾਸ ਲੇਬਰ ਹੈ ਜਿਨ੍ਹਾਂ ਦੇ ਵੱਲੋਂ ਸਫਾਈ ਕੀਤੀ ਜਾਣੀ ਹੈ ਹਸਪਤਾਲਾਂ ਦੇ ਵਿੱਚ, ਉਹ ਇਸ ਗੱਲ ਕਰਕੇ ਹੀ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਬੈਠਦੇ ਨੇ ਕਿ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਸਾਨੂੰ ਕੰਟਰੈਕਟ ਦੇ ਉੱਤੇ ਰੱਖਿਆ ਜਾ ਰਿਹਾ, ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਤਾਂ ਇਹਨਾਂ ਸਾਰੀਆਂ तमाम ਗੱਲਾਂ ਦਾ